गणपति गणेश महाराज की जय। महाराज की जय। स्वामी महाराज की जय। एक साइड दूर करने वाली माता जी बड़ी सहाय। सबसे पहले कार्तिक भगवान देखो Om
Bye.
Swami Jagadish Hare Akajano Kedam Kadadajano Kedam Kadadajano Hare Om Jagadish Hare Swami Ramchandra Maharaj Ki Jai Maharaj Ki शंकर भगवान की जय कार्तिक स्वामी महाराज की जय मां सतिया वाली माता दी बड़ी सहाय जिंदगी जनता दूर वाली माता दी बड़ी सहाय मेरी वो है जगदम्बे काली दुर्गे वाली मेरी मैया हम कभी उतारे तेरी आरती हमें तो है जगदम्बे काली दुर्गे खप्पर वाली तेरे ही गुण गाए आरती मेरी मैया हम कभी उतारे तेरी आरती तेरे भक्त जनों पर माथा पीर पड़ी है जनता दूर करने वाली माता दी
गणपति गणेश महाराज की जय। जयकारे वाली मिठिया मरादा बोल साचे दरबार की जय। मेरे शंकर बोला देव बम बोला मेरे आदिवासी गाँव का संपूर्ण करो। मेरे शंकर बोला देव बम बोला मेरे आदिवासी गाँव का संपूर्ण करो। जटायुध तिलक विराजे संकट गोहे चंद्रमा। जटायुध तिलक विराजे संकट गोहे चंद्रमा। नीलकंठ गलमुति गलिमाला नीलकाल गलमुति गलिमा। शेषनाग जगदायो मेरे शंकर बोला शिव बम बम बोला मेरे आदिवासी गाँव का संपूर्ण करो। सफेद सर्वे
सवारी माय अम्बे आई, देव सवारी जगदम्बे आई, ओ जय भोलेनाथ। तेरी आत्मा की
हेलो 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 आओ जा सब आओ। हाँ ਚੋਪੜਾ ਜੀ ਕੋਲ ਲੈ ਲੈ ਮੈਂ ਕਿਹੜਾ ਲੀਡਰ नहीं ਗੱਲ ਹੈ ਕਿ ਸ਼ਰਧਾਲੂ ਉਹ ਨਹੀਂ एक श्रद्धालु दे तौर ते एक श्रद्धालु आज उठ के आ जाओ तुम भी आ जाओ नाल अच्छा नाल ਨਹੀਂ ਨਹੀਂ ਰਹਿ ਸਾਉਣ ਦਾ ਪਵਿੱਤਰ ਮਹੀਨਾ ਹੈ ਔਰ ਇਸ ਸਾਉਣ ਦੇ ਪਵਿੱਤਰ ਮਹੀਨੇ ਦੇ ਵਿੱਚ ਹਰ ਜਿਹੜਾ ਸੋਮਵਾਰ ਹੈ ਉਸ ਸੋਮਵਾਰ ਨੂੰ ਬਹੁਤ ਹੀ ਪਵਿੱਤਰ ਗਿਣਿਆ ਗਿਆ ਹੈ। ਔਰ ਇਹ ਵੀ ਮਾਨਤਾ ਹੈਗੀ ਹੈ ਕਿ ਭਗਵਾਨ ਭੋਲੇ ਸ਼ੰਕਰ ਦੀ ਸ਼ਿਵ ਜੀ ਦੀ ਅਗਰ ਕੋਈ ਆਰਾਧਨਾ ਕਰਦਾ ਹੈ ਹਰ ਸੋਮਵਾਰ ਜੋ ਸਾਉਣ ਮਹੀਨੇ 'ਚ ਆਉਂਦੇ ਨੇ ਤਾਂ ਉਹਦੀ ਮਨੋ ਕਾਮਨਾ ਜਿਹੜੀ ਹੈ ਉਹ ਪੂਰਨ ਹੁੰਦੀ ਹੈ। ਬਟਾਲਾ ਦੇ ਕੋਲ ਹੈ ਬਹੁਤ ਹੀ ਮਹਾਨ ਔਰ ਵਿਸ਼ਵ ਦਾ ਇਕਲੌਤਾ ਭਗਵਾਨ ਕਾਰਤਿਕ ਦਾ ਪਵਿੱਤਰ ਸਥਾਨ ਜਿਸ ਦਾ ਨਾਮ ਹੈ ਅਚਲੇਸ਼ਵਰ ਧਾਮ। ਇਹ ਅਚਲੇਸ਼ਵਰ ਧਾਮ ਦੇ ਵਿੱਚ ਹਰ ਸੋਮਵਾਰ ਬੇਹੱਦ ਰੌਣਕਾਂ ਲੱਗਦੀਆਂ ਨੇ, ਬਹੁਤ ਰੌਣਕਾਂ ਲੱਗਦੀਆਂ ਨੇ। ਅਗਰ ਗੱਲ ਕੀਤੀ ਜਾਵੇ ਤਾਂ ਜੋ ਦੁਨਿਆਵੀ ਜੱਜ ਨੇ ਜਿੱਦਾਂ ਅਸੀਂ ਕੋਟਾ ਕਚਹਿਰੀਆਂ ਦੇ ਵਿੱਚ ਦੇਖਦੇ ਹਾਂ ਜਿਹੜੇ ਜੱਜ ਸਾਹਿਬਾਨ ਬੈਠੇ ਹੁੰਦੇ ਨੇ ਚਾਹੇ ਉਹ ਸੈਸ਼ਨ ਕੋਰਟ 'ਚ ਹੋਣ ਲੋਅਰ ਕੋਰਟ 'ਚ ਹੋਣ ਉਹ ਜਗਤ ਦੇ ਜੱਜ ਕੋਲ ਆਉਂਦੇ ਨੇ ਇੱਥੇ ਆਣ ਕੇ ਸਜਦੇ ਕਰਦੇ ਨੇ ਔਰ ਸੋਮਵਾਰ ਵਾਲੇ ਦਿਨ ਉਹ ਵੀ ਲੋਕ ਇੱਥੇ ਮੱਥੇ ਟੇਕਦੇ ਨੇ। ਇਸੇ ਤਰ੍ਹਾਂ ਸਾਡੇ ਨਾਲ ਹੋਰ ਵੀ ਸ਼ਰਧਾਲੂ ਨੇ ਜਿਹੜੇ ਦੂਰ ਦੁਰਾਡੇ ਤੋਂ ਆਏ ਨੇ ਅਚਲੇਸ਼ਵਰ ਧਾਮ ਦੇ ਵਿੱਚ। ਆਪ ਜੀ ਦਾ ਸਵਾਗਤ ਹੈ ਜੀ। ਅੱਜ ਦੇ ਦਿਨ ਤੇ ਵਧਾਈਆਂ ਦਿੰਦੇ ਤੁਹਾਨੂੰ ਬਹੁਤ ਮੁਬਾਰਕਾਂ ਜੀ। ਮੈਂ ਸਿਰਫ ਇਹਨਾਂ ਹੀ ਕਹਿਣਾ ਚਾਹਾਂਗਾ ਕਿ ਅੱਜ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਸਾਨੂੰ ਅੱਜ ਦਰਸ਼ਨ ਕਰਨ ਦਾ ਇੱਥੇ ਮੌਕਾ ਮਿਲਿਆ ਐਡੀ ਵੱਡੀ ਪਵਿੱਤਰ ਥਾਂ ਦੇ ਉੱਤੇ। ਮੈਂ ਇਹਦੇ ਨਾਲ ਇਹ ਵੀ ਜੋੜਨਾ ਚਾਹਾਂਗਾ ਕਿ ਐਕਚੁਅਲੀ ਮੇਰਾ ਅੱਜ ਜਿੱਦਾਂ ਮੈਂ ਆਪਣੀ ਗੱਲ ਕਰਦਾ ਕਿ ਮੇਰਾ ਅੱਜ ਕੋਈ ਪ੍ਰੋਗਰਾਮ ਨਹੀਂ ਸੀ। ਅਚਾਨਕ ਮਨ ਦੇ ਵਿੱਚ ਪਰਮਾਤਮਾ ਨੇ ਇੱਕ ਖਿਆਲ ਪੈਦਾ ਕੀਤਾ ਕਿ ਇਹ ਸਾਰੇ ਕੰਮ ਛੱਡ ਕੇ ਤੇ ਅਸੀਂ ਪ੍ਰਭੂ ਦੇ ਦਰਸ਼ਨ ਕਰਨ ਆ ਗਏ ਹਾਂ। ਪ੍ਰਭੂ ਨੇ ਬਹੁਤ ਵਧੀਆ ਦਰਸ਼ਨ ਦਿੱਤੇ। ਸੰਗਤ ਜਿਹੜੀ ਹੈ ਨਾ ਦੂਰ ਦੇਸ਼ ਵਿਦੇਸ਼ ਦੀ ਉਹ ਇਹ ਜਾਣਨਾ ਚਾਹੁੰਦੀ ਕਿ ਆਪ ਜੀ ਦਾ ਨਾਮ ਕੀ ਹੈ ਔਰ ਆਈ ਕਿੱਥੋਂ? ਮੈਂ ਰਮੇਸ਼ ਚੋਪੜਾ ਮੇਰਾ ਨਾਂ ਜੀ। ਵੈਸੇ ਤਾਂ ਮੈਂ ਬਟਾਲਾ ਤੋਂ ਬਿਲੋਂਗ ਕਰਦਾ ਲੇਕਿਨ ਅੱਜ ਕੱਲ੍ਹ ਮੈਂ ਅੰਮ੍ਰਿਤਸਰ ਸੈਟਲ ਹੋ ਗਿਆ ਹਾਂ 10-15 ਸਾਲ ਤੋਂ। ਤੇ ਜਦੋਂ ਵੀ ਕਿਤੇ ਮੌਕਾ ਮਿਲਦਾ ਪਰਮਾਤਮਾ ਸਾਨੂੰ ਆਵਾਜ਼ ਮਾਰਦਾ ਅਸੀਂ ਦਰਸ਼ਨ ਕਰਨ ਵਾਸਤੇ ਇੱਥੇ ਆ ਜਾਂਦੇ। ਸੰਖੇਪ 'ਚ ਇਸ ਪਾਵਨ ਸਥਾਨ ਦਾ ਇਤਿਹਾਸ ਅਗਰ ਦੱਸਣਾ ਹੋਵੇ ਕੀ ਕਹੋਗੇ? ਨਹੀਂ ਮੈਨੂੰ ਬਹੁਤ ਇਹਦੇ ਇਤਿਹਾਸ ਦੇ ਬਾਰੇ ਇੰਨਾ ਨਹੀਂ ਪਤਾ। ਇਹਦੇ ਬਾਰੇ ਤਾਂ ਤੁਹਾਨੂੰ ਇੱਥੇ ਸਾਰੀ ਮੈਨੇਜਮੈਂਟ ਦੱਸ ਪਾਏਗੀ। ਪਰ ਅੰਮ੍ਰਿਤਸਰੋਂ ਚੱਲ ਕੇ ਕਿਉਂ ਆਏ ਤੁਸੀਂ? ਹੱਥ ਤੇ ਇੱਥੇ ਸਰੋਂ ਜਮਾ ਕੇ ਦੇਖੀ ਹੋਈ ਹੈ, ਇਹੋ ਜਿਹਾ ਕੀ ਕਾਰਨ? ਇੱਥੇ ਕੋਈ ਐਸਾ ਕੰਮ ਨਹੀਂ ਹੈ। ਤੁਸੀਂ ਆਪਣੇ ਸ਼ਰਧਾ ਦੇ ਨਾਲ ਆਪਣੇ ਸੱਚੇ ਮਨ ਦੇ ਨਾਲ ਜੋ ਵੀ ਤੁਸੀਂ ਵਿਚਾਰ ਆਪਣੇ ਮਨ 'ਚ ਲਿਆਓਗੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੀ ਵੀ ਇਹੋ ਜਿਹੀ ਕੋਈ ਮੰਨਤਾ ਹੋਏਗੀ ਜਿਹੜੀ ਇੱਥੇ ਨਾ ਪੂਰੀ ਹੋਈ ਹੋਏਗੀ। ਜੀ ਬਿਲਕੁਲ। ਸਾਡੇ ਨਾਲ ਹੋਰ ਵੀ ਵੀਰ ਨੇ। ਕੀ ਨਾਂ ਤੁਹਾਡਾ ਜੀ? ਮੇਰਾ ਸੰਨੀ ਕੁੰਦਰਾ ਜੀ। ਕੁਲਰ ਜੀ
ਕੁੰਦਰਾ ਜੀ ਇਸ ਤਰ੍ਹਾਂ ਹੈ ਕਿ ਬਹੁਤ ਸਾਰੀ ਸੰਗਤ ਅਸੀਂ ਦੇਖ ਰਹੇ ਹਾਂ, ਲੰਬੀਆਂ ਲਾਈਨਾਂ ਕਤਾਰਾਂ ਲੱਗੀਆਂ ਨੇ। ਕਰੋਨਾ ਹੈ ਫਿਰ ਵੀ ਲੋਕ ਲੰਬੀਆਂ ਲਾਈਨਾਂ ਲਗਾ ਕੇ ਸ਼ਰਧਾ ਜਿਹੜੀ ਹੈ ਨਾ, ਆਸਥਾ ਜਿਹੜੀ ਹੈ ਨਾ, ਕਰੋਨਾ ਤੇ ਭਾਰੂ ਪੈ ਗਈ। ਹੁਣ ਨਹੀਂ ਡਰਦਾ ਕੋਈ ਵੀ ਇੱਥੇ ਪਹੁੰਚ ਕੇ ਕਰੋਨਾ? ਇੱਥੇ ਕਰੋਨਾ ਕੁਝ ਨਹੀਂ ਕਰ ਸਕਦਾ ਜੀ। ਇਹ ਸ਼ੰਕਰ ਮਹਾਰਾਜ ਦਾ ਲੋਕ ਆਸ਼ੀਰਵਾਦ ਲੈਣ ਆਉਂਦੇ ਨੇ, ਇਹਨਾਂ ਦੇ ਆਸ਼ੀਰਵਾਦ ਨਾਲ ਹੀ ਸਾਰੇ ਕਰੋਨਾ ਕਰਾਣਾ ਭੱਜਣ ਨੇ। ਕੁਝ ਨਹੀਂ ਕਰੋਨਾ ਨਜ਼ਰ ਆਣਾ, ਸਭ ਉਹਨਾਂ ਦੇ ਆਸ਼ੀਰਵਾਦ ਨਾਲ ਸਭ ਵਧੀਆ। ਅਸੀਂ ਬਟਾਲਾ ਦੇ ਨਿਵਾਸੀ ਬਹੁਤ ਭਾਗਿਆਸ਼ਾਲੀ ਹਾਂ ਕਿ ਅਸੀਂ ਬਟਾਲਾ 'ਚ ਜਨਮ ਲਿਆ। ਅਚਲੇਸ਼ਵਰ ਪਵਿੱਤਰ ਧਰਤੀ ਹੈ ਇੱਕ। ਇੱਥੇ ਕਾਰਤਿਕ ਸਵਾਮੀ ਮਹਾਰਾਜ ਆਏ ਸੀ, ਅਚਲ ਹੋ ਗਏ ਸੀ। ਠੀਕ ਹੈ ਹਾਂਜੀ ਜੀ। ਕਿਉਂ ਅਚਲ ਹੋ ਗਏ ਸੀ ਇਹ ਦੱਸ ਸਕਦੇ ਹੋ? ਅਚਲ ਹੋਏ ਸੀ ਇੱਥੇ ਜਦੋਂ ਉਹਨਾਂ ਦੇ ਮਾਪਿਓ ਨੇ ਕਿਹਾ ਸੀ, ਸ਼ਿਵ ਜੀ ਨੇ, ਭੋਲੇਨਾਥ ਜੀ ਨੇ, ਮਾਂ ਪਾਰਵਤੀ ਜੀ ਨੇ ਕਿਹਾ ਸੀ ਕਿ ਤੁਸੀਂ ਪੂਰੀ ਸ੍ਰਿਸ਼ਟੀ ਦਾ ਚੱਕਰ ਲਗਾਓ। ਉਹ ਚੱਕਰ ਲਗਾ ਕੇ ਫਿਰ ਇੱਥੇ ਆਏ। ਇੱਥੇ ਆ ਕੇ ਉਹ ਚੱਲ ਹੋ ਗਏ। ਜੀ ਬਿਲਕੁਲ ਹੈ ਜੀ। ਔਰ ਬੇਸ਼ੱਕ ਕਈ ਵਾਰੀ ਹਰ ਇੱਕ ਦੀ ਨਾ ਪਕੜ ਜਿਹੜੀ ਹੈ ਨਾ ਥੋੜੀ ਜਿਹੀ ਪਾਵਨ ਸਥਾਨਾਂ ਦੇ ਇਤਿਹਾਸ ਨਾਲ ਜੁੜੀ ਹੋਈ ਨਹੀਂ ਹੁੰਦੀ। ਸੋ ਆ ਰਹੇ ਨੇ, ਸ਼ਰਧਾ ਬਹੁਤ ਹੈ, ਪਿਆਰ ਬਹੁਤ ਹੈ ਔਰ ਸੰਗਤ ਇੱਥੇ ਜੁੜੀ ਹੋਈ ਹੈ। ਕਤਾਰਾਂ ਦੇ ਵਿੱਚ ਸੰਗਤ ਆ ਰਹੀ ਹੈ। ਸੋ ਮੁੱਖ ਸੇਵਾਦਾਰ ਸਾਡੇ ਨਾਲ ਨੇ ਪਵਨ ਕੁਮਾਰ ਪੰਮਾ ਜੀ। ਆਓ ਆਪਾਂ ਜਰਾ ਉੱਠ ਕੇ ਗੱਲ ਕਰ ਲਈਏ ਤੇ ਕਿ ਬੈਠ ਕੇ ਹੋ ਜਾਏਗੀ? ਅੱਛਾ, ਫਿਰ ਇਹਨੂੰ ਘੁੰਮ ਜਾਓ ਜਰਾ ਜੀ। ਆਓ ਆਪਾਂ ਇਹਨਾਂ ਦੇ ਨਾਲ ਹੁਣ। ਪੰਮਾ ਜੀ, ਤੁਹਾਡੇ ਉਪਰਾਲੇ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਰ ਖਾਸ ਕਰਕੇ ਗੱਲ ਕਰੀਏ ਤਾਂ ਬਟਾਲੇ ਦੀ ਔਰ ਅੰਮ੍ਰਿਤਸਰ ਦੀ ਜਾਂ ਆਸ-ਪਾਸ ਦੇ ਜਿਹੜੇ ਵੀ ਸ਼ਹਿਰ ਨੇ ਉੱਥੇ ਘਰ ਬੈਠਿਆਂ ਸੰਗਤ ਨੇ ਅੱਜ ਜਿਹੜੀ ਆਰਤੀ ਦੇ ਦਰਸ਼ਨ ਕੀਤੇ, ਆਰਤੀ ਗਾਇਨ ਕੀਤੀ ਔਰ ਭਗਵਾਨ ਕਾਰਤਿਕ ਦੇ ਔਰ ਚਲੇਸ਼ਵਰ ਧਾਮ ਦੇ ਜਿਹੜੇ ਦਰਸ਼ਨ ਹੈ ਉਹ ਦੀਦਾਰੇ ਕੀਤੇ ਹੈ। ਬਿਲਕੁਲ ਤੁਸੀਂ ਵਧਾਈ ਦੇ ਪਾਤਰ ਹੋ। ਇਹ ਕੰਮ ਕਰਾਉਣ 'ਚ ਤੁਸੀਂ ਮੋਹਰੇ ਆਏ ਹੋ ਜੀ। ਕੀ ਕਹਿਣਾ ਚਾਹੁੰਦੇ ਹੋ ਇਸ ਪਾਵਨ ਸਥਾਨ ਦੇ ਬਾਰੇ? ਕੀ ਕਹਿਣਾ ਚਾਹੁੰਦੇ ਹੋ ਸੋਮਵਾਰ ਦੇ ਬਾਰੇ ਔਰ ਇਸ ਪਾਵਨ ਸਥਾਨ ਦੇ ਜੋ ਸੇਵਾਵਾਂ ਚੱਲ ਰਹੀਆਂ ਉਹਦੇ ਬਾਰੇ? ਦੇਖੋ ਜੀ, ਇਹ ਚਲੇਸ਼ਵਰ ਧਾਮ ਜਿਹੜਾ ਕਿ ਸਾਰੀ ਦੁਨੀਆ 'ਚ ਭਗਵਾਨ ਕਾਰਤਿਕ ਦਾ ਸਵਾਮੀ ਜੀ ਦਾ ਮੰਦਿਰ ਹੈ ਔਰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇੱਥੇ ਉਹਨਾਂ ਨੇ ਚਰਨ ਛੂਹ ਕੀਤੇ ਹਨ ਅਤੇ ਸਿੱਧ ਗੋਸ਼ਟੀ ਹੋਇਆ ਜਿਹਦਾ ਕਿ ਗ੍ਰੰਥ ਸਾਹਿਬ ਦੇ ਵਿੱਚ ਪੂਰਾ ਵਰਣਨ ਹੈ। ਔਰ ਸਾਵਣ ਦੇ ਮਹੀਨੇ ਦੇ ਵਿੱਚ ਤੋਂ ਦੇਸ਼ ਵਿਦੇਸ਼ ਤੋਂ ਲੋਕੀ ਆਉਂਦੇ ਹਨ, ਆਪਣੀਆਂ ਮੁਰਾਦਾਂ ਲੈ ਕੇ ਆਉਂਦੇ ਅਤੇ ਮੁਰਾਦਾਂ ਪੂਰੀਆਂ ਕਰਕੇ ਜਾਂਦੇ ਹਨ। ਇਹ ਚਲੇਸ਼ਵਰ ਮੰਦਿਰ ਜਿਹੜਾ ਕਿ ਬਹੁਤ ਪਿੱਛੇ ਰਹਿ ਗਿਆ ਸੀ, ਅਸੀਂ ਧੰਨਵਾਦੀ ਹਾਂ NRI TV ਦੇ ਹੋਰ ਵੀ ਸੋਸ਼ਲ ਮੀਡੀਆ ਜਿਨ੍ਹਾਂ ਨੇ ਇਹਨੂੰ ਇਸ ਸਥਾਨ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਸ਼ ਵਿਦੇਸ਼ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਵਣ ਦੇ ਮਹੀਨੇ ਲੋਕੀ ਬਹੁਤ ਇੱਥੇ ਸ਼ਰਧਾਪੂਰਵਕ ਆਉਂਦੇ ਹਨ। ਬਟਾਲੇ ਤੋਂ 6 ਕਿਲੋਮੀਟਰ ਜਲੰਧਰ ਰੋਡ 'ਤੇ ਇਹ ਸਥਾਨ ਹੈ। ਲੋਕੀ ਪੈਦਲ ਔਰ ਦੰਡਵਤ ਹੋ ਕੇ ਇਸ ਸਥਾਨ 'ਤੇ ਆਉਂਦੇ ਨੇ। ਨਾਗ ਦੇਵਤਾ ਦੇ ਇੱਥੇ ਸਾਖਸ਼ਾਤ ਦਰਸ਼ਨ ਹੈ ਸਾਵਣ ਦੇ ਵਿੱਚ। ਜਿਹੜਾ ਵੀ ਦੁਨੀਆ ਦੇ ਵਿੱਚੋਂ ਜਿਹੜਾ ਵੀ ਬੰਦਾ ਆਉਂਦਾ ਹੈ, ਆਪਣੇ ਬੱਚਿਆਂ ਦੀ, ਆਪਣੇ ਕਾਰੋਬਾਰ ਦੀ ਜਿਹੜੀ ਵੀ ਦਾਤ ਲੈ ਕੇ ਆਉਂਦਾ ਹੈ ਉਹ ਪੂਰੀ ਹੁੰਦੀ ਹੈ। ਔਰ ਅਸੀਂ ਸ਼ਲੇਸ਼ਵਰ ਮੰਦਿਰ ਕਾਰ ਸੇਵਾ ਟਰਸਟ ਜਿਹੜਾ ਕਿ 22 ਸਾਲ ਤੋਂ ਇਸ ਸਥਾਨ ਦੀ ਸੇਵਾ ਕਰ ਰਿਹਾ ਹੈ। ਸਾਡੇ ਕੋਲ ਤਕਰੀਬਨ 22 ਟਰਸਟੀ ਹਨ ਔਰ 100 ਤੋਂ 150 ਦੇ ਕਰੀਬ ਸਾਡਾ 20 ਸਾਲ ਤੋਂ ਪੁਰਾਣਾ ਸੇਵਾਦਾਰ ਹੈ ਜਿਹੜਾ ਇਸ ਸਥਾਨ ਦੀ ਸੇਵਾ ਕਰ ਰਿਹਾ ਹੈ। ਕਿਉਂਕਿ ਇਸ ਸਥਾਨ ਦੀ ਸੇਵਾ ਦਾ ਹੀ ਲਫ਼ਜ਼ ਆ ਸਕਦਾ ਹੈ, ਕਿਉਂਕਿ ਅਸੀਂ ਤੇ ਭਗਵਾਨ ਦੇ ਕੰਮ ਨੂੰ ਕੁਝ ਵੀ ਨਹੀਂ ਕਰ ਸਕਦੇ। ਜਿੰਨੀ ਉਹ ਬਖਸ਼ਿਸ਼ ਕਰਦਾ ਹੈ ਅਸੀਂ ਸੇਵਾ ਕਰੀ ਜਾਂਦੇ ਹਾਂ ਔਰ ਇਸ ਸਥਾਨ ਨੂੰ ਬਹੁਤ ਵਰਲਡ ਲੈਵਲ 'ਤੇ ਲਿਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਵੀ ਭਗਵਾਨ ਕਾਰਤਿਕ ਸਵਾਮੀ ਦਾ ਸਥਾਨ ਬਟਾਲੇ ਦੇ ਵਿੱਚ, ਜਿੱਥੇ ਕਿ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਹੋਈ ਹੈ, ਜਿੱਥੇ ਕਿ ਵੀਰ ਹਕੀਕਤ ਰਾਏ ਦੀ ਇੱਥੇ ਸਮਾਧ ਹੈ ਔਰ ਬਹੁਤ ਵਧੀਆ ਸਥਾਨ ਹੈ ਇੱਥੇ। ਔਰ ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਪਵਿੱਤਰ ਸਥਾਨ ਅਚਲੇਸ਼ਵਰ ਧਾਮ, ਜਿੱਥੇ ਕਿ ਅਸੀਂ ਬੈਠੇ ਹਾਂ, ਜਿੱਥੇ ਕਿ 33 ਕਰੋੜ ਦੇਵੀ ਦੇਵਤੇ ਭਗਵਾਨ ਕਾਰਤਿਕ ਨੂੰ ਮਨਾਉਣ ਵਾਸਤੇ ਆਏ ਹਨ, ਉਹਨੂੰ ਦੇਖਣ ਵਾਸਤੇ ਗੁਰੂ ਨਾਨਕ ਸਾਹਿਬ ਆਏ ਹਨ। ਉਹਨਾਂ ਦੀ ਸਿੱਧ ਗੋਸ਼ਟੀ ਹੋਈ ਹੈ ਸਿੱਧਾ ਦੇ ਨਾਲ। ਔਰ ਸਾਹਮਣੇ ਇੱਕ ਬਹੁਤ ਹੀ ਅੱਛਾ ਸੁੰਦਰ ਗੁਰਦੁਆਰਾ ਹੈ ਜਿਹਦੇ 'ਤੇ ਉੱਪਰ ਲਿਖਿਆ ਹੈ ਸੁਨ ਮੇਲਾ ਸ਼ਿਵਰਾਤ ਬਾਬਾ ਅਚਲ ਬਟਾਲਿਆ। ਇਹ ਤੀਰਥ ਸਥਾਨ 'ਤੇ ਜਿਹੜਾ ਵੀ ਆਏਗਾ ਅਸੀਂ ਸਮਝਦੇ ਹਾਂ ਅਸੀਂ ਤਾਂ ਬਹੁਤ ਕੁਝ ਪਾਇਆ, ਬਟਾਲੇ ਵਾਸੀਆਂ ਨੇ ਬਹੁਤ ਕੁਝ ਪਾਇਆ। ਜਿਹੜਾ ਵੀ ਸ਼ਰਧਾ ਨਾਲ ਆਏਗਾ ਸਾਰੀਆਂ ਮਨੋਕਾਮਨਾ ਪੂਰੀਆਂ ਕਰਕੇ ਜਾਏਗਾ। ਜੀ ਬਿਲਕੁਲ ਹੈ ਜੀ। ਔਰ ਆਖਰੀ ਦੇ ਵਿੱਚ ਆਪ ਜੀ ਕੋਲੋਂ ਇਹ ਜਾਣਨਾ ਚਾਹਾਂਗੇ ਕਿ ਪਿੱਛੇ ਜੇ ਅਕਸਰ ਸੰਗਤਾਂ ਦੁਵਿਧਾ 'ਚ ਰਹਿੰਦੀਆਂ ਸੀ ਕਿ ਅਕਸਰ ਜੇਕਰ ਕਿਸੇ ਨੇ ਮੰਦਿਰ 'ਚ ਦਾਨ ਦੇਣਾ ਹੈ, ਉਹ ਦਾਨ ਦੇਣ ਦਾ ਤਰੀਕਾ ਕੀ ਹੈ ਤੇ ਕਿਹਨੂੰ ਦੇਣਾ? ਇੱਥੇ 2 4 5 ਜਿਹੜੀਆਂ ਸੀ ਪਰਚੀਆਂ ਕੱਟਣ ਵਾਲੇ ਵੱਖ-ਵੱਖ ਲੋਕ ਹੁੰਦੇ ਸੀ। ਅਸੀਂ 22 ਸਾਲ ਮੰਦਿਰ ਟਰਸਟ ਨੇ ਕੇਸ ਲੜਿਆ ਜੀ। 22 ਸਾਲਾਂ ਬਾਅਦ 12/3
2020 ਨੂੰ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਉਹ ਮੰਦਰ ਟਰਸਟ ਦੇ ਹੱਕ 'ਚ ਆਇਆ, ਜਿਹੜੀ ਕਿ ਉਹਨਾਂ ਨੇ ਡਿਵੈਲਪਮੈਂਟ ਵੇਖ ਕੇ ਲੋਅਰ ਕੋਰਟ ਦੇ ਜੱਜ ਨੇ ਇੱਥੇ ਵਿਜ਼ਿਟ ਕਰਕੇ ਇਹ ਜਿਹੜੀਆਂ ਦੂਜੀਆਂ ਸੰਸਥਾਵਾਂ ਸੀ ਜਿਹੜੀਆਂ ਆਪਣੇ ਆਪ ਨੂੰ ਮੰਦਰ ਦਾ ਅਧਿਕਾਰ ਸਮਝਦੀਆਂ ਕਰਕੇ ਬੈਠੀਆਂ ਸਨ, ਇੱਥੇ ਮਹੰਤ ਬੈਠੇ ਸਨ ਜਿਹੜੇ ਕਿ ਆਪਣੇ ਆਪ ਨੂੰ ਮਹੰਤ ਕਹਿ ਕੇ ਲੋਕਾਂ ਨੂੰ ਲੁੱਟਦੇ ਸਨ, ਉਹ ਮੰਦਰ ਟਰਸਟ ਨੇ ਕੇਸ ਜਿੱਤ ਲਿਆ। ਹਾਈ ਕੋਰਟ ਨੇ ਸਾਰੀਆਂ ਜਿਹੜੀਆਂ ਰੱਖ ਰਖਾਵ ਦੀਆਂ ਤੇ ਸੇਵਾ ਕਰਨ ਦੀਆਂ ਸਾਰੀਆਂ ਪਾਵਰਾਂ ਚਲੇਸ਼ਵਰ ਮੰਦਰ ਕਾਰ ਸੇਵਾ ਟਰਸਟ ਨੂੰ ਦਿੱਤੀਆਂ। ਹੁਣ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਬਈ ਉਹ ਜਦੋਂ ਵੀ ਆਉਣ ਆਪਣਾ ਦਾਨ ਜੋ ਵੀ ਦੇਣਾ ਮੰਦਰ ਦੇ ਉਸਾਰੀ ਵਾਸਤੇ, ਮੰਦਰ ਦੀ ਤਰੱਕੀ ਵਾਸਤੇ ਟਰਸਟ ਦੀਆਂ ਲੱਗੀਆਂ ਗੋਲਕਾਂ 'ਚ ਪਾਉਣ। ਇੱਥੇ ਕੋਈ ਕਿਸੇ ਤਰ੍ਹਾਂ ਦਾ ਮਹੰਤ ਨਹੀਂ ਹੈ, ਕਿਸੇ ਮਹੰਤ ਦੇ ਦਿਖਾਵੇ 'ਚ ਨਾ ਆਉਣ, ਉਹਨਾਂ ਦੇ ਛਲ 'ਚ ਨਾ ਆਉਣ ਤੇ ਸਿੱਧਾ ਦਾਨ ਜਿਹੜਾ ਮੰਦਰ ਟਰਸਟ ਦੀਆਂ ਗੋਲਕਾਂ 'ਚ ਪਾਉਣ, ਤਾਂ ਕਿ ਇਸ ਦਰਬਾਰ ਨੂੰ ਔਰ ਚਾਂਦ ਲਾਉਣ ਵਾਸਤੇ ਤੁਹਾਡੀਆਂ ਜਿਹੜੀਆਂ ਸੇਵਾਵਾਂ ਉਹ ਸਾਡੇ ਟਰਸਟ ਵਾਸਤੇ ਬਹੁਤ ਫਾਇਦੇਮੰਦ ਹੋਣਗੀਆਂ। ਜੀ ਸੰਗਤਾਂ ਨੂੰ ਅਗਰ ਤੁਸੀਂ ਇਹ ਦੱਸਣਾ ਚਾਹੋ ਕਿ ਇਸ ਤੋਂ ਪਹਿਲਾਂ ਕਿੰਨਾ ਸੁੰਦਰ ਔਰ ਹਰ ਪਾਸੇ ਕਿੰਨਾ ਸਜਾਵਟ ਭਰਿਆ ਤੁਸੀਂ ਮੰਦਿਰ ਤਿਆਰ ਕੀਤਾ, ਕਿੰਨੀ ਸੋਹਣੀਆਂ ਜਿਹੜੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਸਥਾਪਿਤ ਕੀਤੀਆਂ, ਇਹ ਸੰਗਤਾਂ ਨੂੰ ਥੋੜਾ ਸੁਝਾਅ ਦਿਓ ਕਿ ਨਵਾਂਪਨ ਕੀ ਆਏਗਾ, ਅਪਡੇਟ ਕੀ ਹੋਏਗਾ, ਜਿਹਦੇ ਕਰਕੇ ਅਸੀਂ ਸੰਗਤਾਂ ਦੇ ਕੋਲੋਂ ਦਾਨ ਦੀ ਮੰਗ ਕਰ ਰਹੇ ਹਾਂ। ਅਸੀਂ ਹੁਣ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਜਿੱਥੇ ਆਪਾਂ ਬੈਠੇ ਹਾਂ ਭਗਵਾਨ ਕਾਰਤਿਕ ਸਵਾਮੀ ਦਾ ਸਾਹਮਣੇ ਸ਼ਿਵਾਲਾ ਹੈ, ਔਰ ਇਸ ਤੋਂ ਅੱਗੇ ਅਸੀਂ ਇਹ ਜਿੰਨਾ ਵੀ ਡਿਵੈਲਪਮੈਂਟ ਹੋਈ ਹੈ ਸ਼੍ਰੀ ਅਚਲੇਸ਼ਵਰ ਮੰਦਿਰ ਕਾਰ ਸੇਵਾ ਟਰਸਟ ਨੇ ਕੀਤੀ ਹੈ। ਇਸ ਤੋਂ ਅੱਗੇ ਹੀ ਲੋਕਾਂ ਦੇ ਆਉਣ 'ਤੇ ਲੋਕਾਂ ਨੂੰ ਇੱਥੇ ਰਾਤ ਰਹਿਣ ਵਾਸਤੇ ਬਹੁਤ ਮੁਸ਼ਕਲ ਹੁੰਦੀ ਸੀ। ਉਹ ਇੱਕ ਪ੍ਰੋਜੈਕਟ ਬੜਾ 30 ਕਮਰਿਆਂ ਦਾ ਅਸੀਂ ਚਾਲੂ ਕੀਤਾ ਹੈ, ਉਹ ਆਉਣ ਵਾਲੇ 2 ਜਾਂ 3 ਮਹੀਨੇ 'ਚ ਪੂਰਾ ਹੋ ਜਾਏਗਾ ਔਰ ਲੋਕੀ ਜਿਹੜੇ ਦੂਰੋਂ ਆਉਣਗੇ ਰਾਤ ਰਹਿ ਕੇ ਇੱਥੇ ਭਗਵਾਨ ਦੇ ਦਰਸ਼ਨ ਕਰਨਗੇ ਔਰ ਆਪਣੇ ਪਰਿਵਾਰ ਨਾਲ ਬੜੇ ਸੁੱਖ ਸ਼ਾਂਤੀ ਨਾਲ ਰਹਿ ਸਕਣਗੇ। ਜੀ ਬਿਲਕੁਲ ਜੀ, ਇਹ ਪਾਵਨ ਅਸਥਾਨ ਜਿਵੇਂ ਇਕਲੌਤਾ ਇੱਕੋ ਇੱਕ ਸਥਾਨ ਹੈ ਪੂਰੇ ਹਿੰਦੁਸਤਾਨ 'ਚ ਨਹੀਂ ਵਰਲਡ 'ਚ ਕਮਾਤਾ। ਇਹ ਉਹ ਪਾਵਨ ਅਸਥਾਨ ਹੈ ਜਿਸ ਸਥਾਨ ਦੇ ਉੱਤੇ ਜਿਵੇਂ ਪਹਿਲਾਂ ਪ੍ਰਧਾਨ ਜੀ ਨੇ ਦੱਸਿਆ ਕਿ ਗੁਰਬਾਣੀ 'ਚ ਦਰਜ ਹੈ ਕਿ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਔਰ ਇੱਥੇ ਆਣ ਕੇ ਸਿੱਧ ਗੋਸ਼ਟ ਹੋਈ ਹੈ ਔਰ ਸਿੱਧਾਂ ਨੂੰ ਸਿੱਧੇ ਰਸਤੇ ਪਾਇਆ ਗੁਰੂ ਨਾਨਕ ਪਾਤਸ਼ਾਹ ਜੀ, ਜੋ ਸਿੱਧ ਇੱਥੇ ਆਪਣੀ ਸ਼ਕਤੀ ਦੀ ਦੁਰਵਰਤੋਂ ਕਰ ਰਹੇ ਸੀ। ਸੋ ਉਹਨਾਂ ਸਿੱਧਾਂ ਨੂੰ ਉਹਨਾਂ ਸ਼ਕਤੀਆਂ ਤੋਂ ਕੱਲਾ ਜਾਣੂ ਨਹੀਂ ਕਰਾਇਆ, ਉਹਨਾਂ ਨੂੰ ਵਰਤਨ ਦਾ ਢੰਗ ਵੀ ਦੱਸਿਆ। ਸੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਹੀ ਪਾਵਨ ਅਸਥਾਨ ਨੇ ਅਚਲ ਸਾਹਿਬ ਦੇ ਨਾਮ ਤੇ ਨਾਲ ਹੀ ਗੁਰਦੁਆਰਾ ਸੁਸ਼ੋਭਿਤ ਹੈ ਔਰ ਇਹ ਇਕਲੌਤਾ ਇੱਕ ਸਰੋਵਰ ਹੈ ਜਿਸ ਸਰੋਵਰ ਦੇ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਇਹ ਮੰਦਿਰ ਦਾ ਸਰੋਵਰ ਹੈ, ਇਹ ਨਹੀਂ ਕਿਹਾ ਜਾਂਦਾ ਗੁਰਦੁਆਰੇ ਦਾ ਸਰੋਵਰ ਹੈ, ਇਕਲੌਤਾ ਸਰੋਵਰ ਹੈ ਜਿਹੜਾ ਸੰਗਤ ਦਾ ਸਰੋਵਰ ਹੈ। ਯਾਨੀ ਕਿ ਇਸ ਸਰੋਵਰ 'ਚ ਗੁਰਦੁਆਰੇ ਆਈ ਸੰਗਤ ਵੀ ਇਸ਼ਨਾਨ ਕਰਦੀ ਹੈ, ਇਸ ਸਰੋਵਰ 'ਚ ਮੰਦਿਰ ਆਈ ਸੰਗਤ ਜਿਹੜੀ ਹੈ ਉਹ ਵੀ ਇਸ਼ਨਾਨ ਕਰਦੀ ਹੈ। ਸੋ ਇਹ ਇੱਕ ਸਥਾਨ ਹੈ, ਜਦੋਂ ਇੱਕ ਸਾਈਡ ਆਰਤੀ ਹੋ ਰਹੀ ਹੁੰਦੀ ਹੈ ਤਾਂ ਦੂਸਰੀ ਸਾਈਡ ਕੀਰਤਨ ਚੱਲ ਰਿਹਾ ਹੁੰਦਾ ਹੈ, ਇੱਕ ਸਾਈਡ ਪ੍ਰਵਚਨ ਹੋ ਰਹੇ ਹੁੰਦੇ ਨੇ ਤਾਂ ਦੂਸਰੇ ਗੁਰਦੁਆਰਾ ਸਾਹਿਬ ਤੋਂ ਆਵਾਜ਼ ਆਉਂਦੀ ਹੈ ਕਥਾ ਦੀ। ਜਦੋਂ ਇਸ ਪਾਸੇ ਭਗਵਾਨ ਦੀ ਗੁਣਗਾਨ ਹੋ ਰਹੇ ਹੁੰਦੇ ਨੇ ਤਾਂ ਉਸੇ ਤਰ੍ਹਾਂ ਗੁਰਬਾਣੀ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਤੋਂ ਉਹ ਗੂੰਜਦੀ ਹੈ। ਸੋ ਆਬੋ ਹਵਾ ਫਿਜ਼ਾ ਇਹ ਰੱਬ ਦੇ ਨਾਂ ਦੇ ਨਾਲ ਜਿਹੜੀ ਹੈ ਸਰੋਬੋਰ ਹੁੰਦੀ ਹੈ ਹਰ ਵੇਲੇ ਔਰ ਇਹੀ ਕਾਰਨ ਹੈ ਕਿ ਇਹ ਪਵਿੱਤਰ ਅਸਥਾਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਏ, ਜਿੱਥੇ ਭਗਵਾਨ ਸ਼ਿਵ ਜੀ ਦੇ ਚਰਨ ਪਏ, 33 ਕਰੋੜ ਦੇਵੀ ਦੇਵਤਿਆਂ ਦਾ ਜਿੱਦਾਂ ਜ਼ਿਕਰ ਆਉਂਦਾ ਜੀ ਉਹਨਾਂ ਦੇ ਚਰਨ ਪਏ। ਸੋ ਉਹਨਾਂ ਕਰਕੇ ਇਹ ਅਸਥਾਨ ਜਿਹੜਾ ਉਹ ਬਹੁਤ ਹੀ ਪਵਿੱਤਰ ਤੇ ਬਹੁਤ ਹੀ ਮਹਾਨ ਗਿਣਿਆ ਜਾਂਦਾ, ਮੰਨਿਆ ਜਾਂਦਾ ਔਰ ਜਿਨ੍ਹਾਂ ਲੋਕਾਂ ਨੇ ਪਰਖਿਆ ਹੈ ਉਹ ਇਹ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਨੇ ਕਿ ਇਸ ਸਥਾਨ ਦੀ ਤਾਕਤ, ਇਸ ਸਥਾਨ ਦੀ ਸ਼ਕਤੀ ਔਰ ਇਸ ਸਥਾਨ ਤੇ ਮੰਗੀ ਮੁਰਾਦ ਕਿੰਨੀ ਜਲਦੀ ਤੇ ਕਿਵੇਂ ਪੂਰੀ ਹੁੰਦੀ। ਸੋ ਆਪ ਜੀ ਤੋਂ ਲੈਣੀ ਇਜਾਜ਼ਤ ਜੀ, ਨਮਸਕਾਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜੈ ਸਿੰਘ।